ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਰੀਜ਼ਨਿੰਗ ਪੰਜਾਬ ਦੇ ਹਰ ਕਲਰਕ ਦੇ ਪੇਪਰ ਲਈ ਸ਼ੁਰੂ ਕੀਤੀ ਹੈ। ਅੱਜ ਉਸ ਦੀ ਦੂਸਰੀ ਕਲਾਸ ਹੈ। ਆਈ ਹੋਪ ਤੁਸੀਂ ਕੱਲ ਸਾਰਿਆਂ ਨੇ ਪਹਿਲੀ ਕਲਾਸ ਦੇਖ ਲਈ ਹੋਏਗੀ, ਫਿਰ ਹੀ ਤੁਸੀਂ ਅੱਜ ਦੂਜੀ ਕਲਾਸ ਦੇ ਵਿੱਚ ਆਏ ਹੋਵੋਗੇ। ਜਿਹੜੇ ਸਟੂਡੈਂਟਸ ਨੇ ਨਹੀਂ ਦੇਖੀ, ਜਿਹੜੇ ਸਟੂਡੈਂਟਸ ਨੇ ਕੱਲ ਵਾਲੀ ਕਲਾਸ ਨਹੀਂ ਅਟੈਂਡ ਕੀਤੀ, ਤਾਂ ਪਹਿਲਾਂ ਉਹ ਕੱਲ ਵਾਲੀ ਕਲਾਸ ਅਟੈਂਡ ਕਰਨ, ਉਸ ਤੋਂ ਬਾਅਦ ਹੀ ਅੱਜ ਵਾਲੀ ਕਲਾਸ ਲਗਾਉਣ ਦਾ ਉਹਨਾਂ ਨੂੰ ਫਾਇਦਾ ਹੋਏਗਾ। ਸਟੂਡੈਂਟਸ, ਮੈਂ ਗਾਰੰਟੀ ਦੇ ਰਹੀ ਹਾਂ, ਕੋਈ ਵੀ ਪੰਜਾਬ ਦੇ ਕਲਰਕ ਦਾ ਐਗਜ਼ਾਮ ਹੋਏਗਾ, ਪੰਜਾਬ ਦੇ ਕੋਈ ਵੀ ਕਲਰਕ ਦਾ ਐਗਜ਼ਾਮ ਹੋਏਗਾ ਜੀ, ਜੋ ਰੀਜ਼ਨਿੰਗ ਆਪਾਂ ਕਰਵਾ ਰਹੇ ਹਾਂ ਸੁਖੇਜਾ ਟਿਊਸ਼ਨਸ ਤੇ, ਤੁਹਾਨੂੰ ਸੇਮ ਕੁਐਸਚਨ ਸੇਮ ਪੈਟਰਨ ਦੇਖਣ ਨੂੰ ਮਿਲੇਗਾ। ਤੁਹਾਨੂੰ ਮਿਲੇਗਾ। ਤਾਂ ਕੋਈ ਵੀ ਕਲਾਸ ਮਿਸ ਨਹੀਂ ਕਰਨੀ, ਬਹੁਤ ਹੀ ਧਿਆਨ ਦੇ ਨਾਲ ਸਾਰੀਆਂ ਕਲਾਸਿਸ ਨੂੰ ਅਟੈਂਡ ਕਰਨਾ ਹੈ। ਕੋਈ ਵੀ ਸਟੂਡੈਂਟ ਇਸ ਬੈਚ ਨੂੰ ਜੁਆਇਨ ਕਰਨਾ ਚਾਹੁੰਦਾ ਹੈ, ਉਹ ਮੋਹੀ ਸਰ ਨਾਲ ਗੱਲ ਕਰ ਸਕਦਾ ਹੈ ਜੀ। ਮੋਹੀ ਸਰ ਦਾ ਕੰਟੈਕਟ ਨੰਬਰ ਆਈ ਹੋਪ ਸਾਰਿਆਂ ਕੋਲ ਹੋਏਗਾ, ਜਿਨ੍ਹਾਂ ਕੋਲ ਨਹੀਂ ਹੈਗਾ ਉਹ ਨੋਟ ਕਰ ਲਓ, 9780848001। ਠੀਕ ਹੈ ਜੀ। ਡੇਲੀ ਕਲਾਸਿਸ ਹੋਇਆ ਕਰਨਗੀਆਂ। ਮੈਂ ਕੱਲ ਸਾਰਾ ਦੱਸਿਆ ਸੀਗਾ ਕਲਾਸ ਦੇ ਵਿੱਚ ਕਿਵੇਂ ਪ੍ਰੈਕਟਿਸ ਕਰਵਾਈ ਜਾਏਗੀ। ਠੀਕ ਹੈ, ਤਾਂ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਅੱਜ ਦੀ ਕਲਾਸ ਆਪਣੀ ਸਟਾਰਟ ਕਰਦੇ ਹਾਂ। ਆਈ ਹੋਪ ਤੁਸੀਂ ਸਾਰਿਆਂ ਨੇ ਜੋ ਕੁਐਸਚਨਸ ਤੁਹਾਨੂੰ ਦਿੱਤੇ ਸੀ ਉਹ ਟਰਾਈ ਕੀਤੇ ਹੋਣਗੇ ਤੇ ਸਾਰਿਆਂ ਨੂੰ ਵੈਲਿਊਜ਼ ਵੀ ਯਾਦ ਹੋ ਗਈਆਂ ਹੋਣਗੀਆਂ। ਠੀਕ ਹੈ, ਅਗਰ ਨਹੀਂ ਹੋਈਆਂ ਕੋਈ ਗੱਲ ਨਹੀਂ, ਅੱਜ ਫੇਰ ਤੋਂ ਟਰਾਈ ਕਰਿਓ, ਇੱਕ ਦੋ ਵਾਰ ਰੀਡ ਕਰਿਓ, ਤਾਂ ਬਹੁਤ ਹੀ ਆਰਾਮ ਦੇ ਨਾਲ ਤੁਹਾਨੂੰ ਸਾਰੀਆਂ ਵੈਲਿਊਜ਼ ਯਾਦ ਹੋ ਜਾਣਗੀਆਂ। ਕਰੀਏ ਜੀ ਸਟਾਰਟ। ਜੋ ਕੱਲ ਹੋਮਵਰਕ ਦਿੱਤਾ ਸੀ, ਸਭ ਤੋਂ ਪਹਿਲਾਂ ਆਪਾਂ ਉਹੀ ਕਰਾਂਗੇ। ਕੀ ਦਿੱਤਾ ਸੀ ਦੇਖੋ, ਇਹ 3 ਕੁਐਸਚਨਸ ਦਿੱਤੇ ਸੀ ਹੋਮਵਰਕ ਦੇ, 3 ਕੁਐਸਚਨਸ ਦਿੱਤੇ ਸੀ। ਠੀਕ ਹੈ, ਪਹਿਲਾਂ ਆਪਾਂ ਇਹ ਮੈਚ ਕਰਾਂਗੇ। ਜਿਹੜੇ ਸਟੂਡੈਂਟਸ ਨੇ ਕੀਤੇ ਆਪਣੇ ਆਨਸਰਸ ਮੈਚ ਕਰ ਲਿਓ ਜੀ। ਕੀ ਦਿੱਤਾ ਹੋਇਆ, ਇਨ ਅ ਸਰਟਨ ਕੋਡ ਲੈਂਗੁਏਜ ਸ਼ਿਮਲਾ ਇਜ਼ ਰਿਟਨ ਐਜ਼। ਮੈਂ ਕਿਵੇਂ ਦੱਸਿਆ ਸੀ ਕਿ ਜੋ ਵਰਡ ਗਿਵਨ ਹੈ ਸਭ ਤੋਂ ਪਹਿਲਾਂ ਉਹ ਆਏਗਾ, ਉਸ ਤੋਂ ਬਾਅਦ ਜੋ ਉਸਦਾ ਕੋਡ ਗਿਵਨ ਹੈ ਉਸ ਦੇ ਨੀਚੇ ਉਹ ਲਿਖਿਆ ਜਾਊਗਾ। ਕੀ ਲਿਖਿਆ ਹੋਇਆ, ਇਨ ਅ ਸਰਟਨ ਕੋਡ ਲੈਂਗੁਏਜ ਸ਼ਿਮਲਾ ਇਜ਼ ਰਿਟਨ ਐਜ਼ TGJLMZ। ਤਾਂ ਤੁਸੀਂ ਕੀ ਫਾਈਂਡ ਆਊਟ ਕਰਨਾ ਹੈ, ਤੁਸੀਂ ਫਾਈਂਡ ਆਊਟ ਕਰਨਾ ਹੈ ਮਨਾਲੀ ਦਾ ਕੋਡ। ਕੀ ਫਾਈਂਡ ਆਊਟ ਕਰਨਾ ਹੈ, ਮਨਾਲੀ ਦਾ ਕੋਡ। ਦੇਖੋ S ਕਿੰਨਾ ਹੁੰਦਾ ਹੈ, 19 ਹੁੰਦਾ ਹੈ। ਠੀਕ ਹੈ, H 8, I 9, M 13, L 12 and A 1। ਠੀਕ ਹੈ, T ਕਿੰਨਾ ਹੁੰਦਾ ਜੀ, T 20, ਫਿਰ 7, ਫਿਰ ਉਸ ਤੋਂ ਬਾਅਦ J ਕਿੰਨਾ ਹੁੰਦਾ 10 ਹੁੰਦਾ, L ਕਿੰਨਾ ਹੁੰਦਾ 12 ਹੁੰਦਾ, M 13 ਹੁੰਦਾ ਤੇ ਇਹ 26 ਹੁੰਦਾ। ਅਗਰ ਤੁਸੀਂ ਨਵੇਂ ਹੋ ਤਾਂ ਤੁਸੀਂ ਪਲੇਸ ਵੈਲਿਊਜ਼ ਲਿਖ ਕੇ ਕਰ ਸਕਦੇ ਹੋ, ਪੋਜੀਸ਼ਨਲ ਵੈਲਿਊਜ਼ ਲਿਖ ਕੇ ਕਰ ਸਕਦੇ ਹੋ। ਠੀਕ ਹੈ, ਅਗਰ ਤੁਸੀਂ ਬਿਨਾਂ ਪੋਜੀਸ਼ਨਲ ਵੈਲਿਊਜ਼ ਲਿਖੇ ਕਰ ਸਕਦੇ ਹੋ ਤਾਂ ਵੀ ਬਹੁਤ ਅੱਛੀ ਗੱਲ ਹੈ। ਦੇਖੋ ਇਹ ਸਾਫ਼ ਹੀ ਪਤਾ ਚੱਲ ਰਿਹਾ ਹੈ ਕਿ ਇੱਕ ਅੱਖਰ ਅੱਗੇ ਹੋਇਆ, ਪਲੱਸ ਹੋਇਆ, ਤੇ ਇੱਕ ਮਾਈਨਸ ਹੋਇਆ। ਜਿਹਨੂੰ ਦੇਖ ਕੇ ਨਹੀਂ ਪਤਾ ਚੱਲਦਾ ਤਾਂ ਉਹ ਇਹ ਵੈਲਿਊਜ਼ ਲਿਖ ਕੇ ਦੇਖੋ ਜੀ, 19 ਚ ਇੱਕ ਐਡ ਕਰਾਂਗੇ ਤਾਂ 20 ਆਊਗਾ, 8 ਚ ਇੱਕ ਮਾਈਨਸ ਕਰਾਂਗੇ ਤਾਂ 7 ਆਊਗਾ, 9 ਚ ਇੱਕ ਪਲੱਸ ਕਰਾਂਗੇ 10 ਆ ਗਿਆ, ਤਾਂ 10ਵਾਂ ਅੱਖਰ J ਆ ਗਿਆ, 13 ਚ ਇੱਕ ਮਾਈਨਸ ਕਰਾਂਗੇ ਇੱਕ 12ਵਾਂ ਅੱਖਰ L ਆ ਗਿਆ। ਠੀਕ ਹੈ, ਸਮਝ ਆ ਗਿਆ ਕਿ ਕੀ ਪੈਟਰਨ ਇੱਥੇ ਚੱਲ ਰਿਹਾ ਜੀ। ਪਹਿਲਾਂ ਪਲੱਸ ਹੋਇਆ, ਫਿਰ ਮਾਈਨਸ ਹੋਇਆ, ਪਲੱਸ ਹੋਇਆ, ਫਿਰ ਮਾਈਨਸ ਹੋਇਆ। ਪਲੱਸ ਦਾ ਮਤਲਬ ਹੁੰਦਾ ਬੱਚੇ ਕਿ ਇੱਕ ਅੱਖਰ ਅਗਲਾ ਲਿਖਿਆ ਗਿਆ, ਮਾਈਨਸ ਦਾ ਮਤਲਬ ਹੁੰਦਾ ਕਿ ਇੱਕ ਅੱਖਰ ਪਿਛਲਾ ਲਿਖਿਆ ਗਿਆ। ਕਲੀਅਰ ਹੈ, ਤਾਂ ਆਪਣਾ ਮਨਾਲੀ ਦਾ ਕੋਡ ਕੀ ਬਣ ਜਾਏਗਾ, ਦੇਖੋ ਜੀ ਕਲੀਅਰ। ਪਹਿਲਾਂ ਪਲੱਸ ਹੋਇਆ, N ਆ ਜਾਏਗਾ, A ਤੋਂ ਤਾਂ ABC ਸ਼ੁਰੂ ਹੁੰਦੀ ਹੈ, ਤਾਂ ਇਹ ਤੋਂ ਪਿਛਲਾ ਅੱਖਰ ਕੀ ਹੋਊਗਾ, ਇਹ ਤੋਂ ਪਿਛਲਾ ਅੱਖਰ ਹੋਏਗਾ ਜੀ Z। ਠੀਕ ਹੈ, ਪਲੱਸ ਦੀ ਵਾਰੀ ਹੈ ਤਾਂ O ਆ ਜਾਊਗਾ, A ਤੋਂ ਪਹਿਲਾ ਅੱਖਰ ਕੀ ਆਊਗਾ, Z ਆਊਗਾ। ਠੀਕ ਹੈ, L ਤੋਂ ਬਾਅਦ ਕੀ ਆਊਗਾ, M ਆਊਗਾ, I ਤੋਂ ਪਹਿਲਾਂ H। ਕਲੀਅਰ ਹੈ, ਤਾਂ ਆਪਣਾ ਕੋਡ ਕੀ ਬਣ ਗਿਆ, ਦੇਖੋ ਇੱਥੇ ਪਲੱਸ ਹੋਇਆ, ਇੱਕ ਵਾਰ ਕ੍ਰੋਸ ਚੈੱਕ ਕਰ ਲਈਏ, ਇੱਥੇ ਮਾਈਨਸ ਹੋਇਆ, ਪਲੱਸ ਹੋਇਆ, ਫਿਰ ਇੱਥੇ ਮਾਈਨਸ ਹੋਇਆ, ਫਿਰ ਇੱਥੇ ਪਲੱਸ ਹੋਇਆ, ਫਿਰ ਇੱਥੇ ਮਾਈਨਸ ਹੋਇਆ। ਕ੍ਰੋਸ ਚੈੱਕ ਆਪਾਂ ਨੇ ਕਰ ਲਿੱਤਾ ਹੈ। ਠੀਕ ਹੈ, ਇਹ ਕਿਹੜਾ ਆਪਣਾ ਪੈਟਰਨ ਬਣ ਗਿਆ, ਮੈਂ ਕਿਹਾ ਸੀ ਐਡੀਸ਼ਨ ਸਬਟ੍ਰੈਕਸ਼ਨ ਦੇ ਨਾਲ ਥਰਡ ਜੋ ਆਪਣਾ ਰੂਲ ਸੀ ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ।
ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ ਦਾ ਕੀ ਮਤਲਬ ਹੈ ਜੀ? ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ ਦਾ ਮਤਲਬ ਹੈ ਇੱਕ ਵਾਰ ਪਲੱਸ ਹੋਣਾ, ਫਿਰ ਮਾਈਨਸ, ਫਿਰ ਪਲੱਸ, ਫਿਰ ਮਾਈਨਸ, ਫਿਰ ਪਲੱਸ, ਫਿਰ ਮਾਈਨਸ। ਠੀਕ ਹੈ, ਜਿਹੜੇ ਮੈਂ ਤੁਹਾਨੂੰ 10 ਰੂਲਸ ਕਰਵਾਉਂਗੀ, ਜਿਵੇਂ ਕਿ ਪਹਿਲਾਂ ਆਪਾਂ ਐਡੀਸ਼ਨ ਰੂਲ ਕੀਤਾ, ਫਿਰ ਆਪਾਂ ਕੀਤਾ ਸਟੂਡੈਂਟ ਸਬਟ੍ਰੈਕਸ਼ਨ ਰੂਲ, ਅੱਜ ਇਹ ਤੀਜਾ ਰੂਲ ਹੋ ਗਿਆ ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ। ਜਿਵੇਂ ਜਿਵੇਂ ਤੁਸੀਂ ਇਹਨਾਂ ਦੇ ਕੁਐਸਚਨਸ ਕਰਦੇ ਜਾਓਗੇ ਤੁਹਾਨੂੰ ਪਤਾ ਲੱਗਦਾ ਜਾਏਗਾ ਕਿ ਕਿਵੇਂ ਤੁਸੀਂ ਰੂਲ ਨੂੰ ਇੰਪਲੀਮੈਂਟ ਕਰਨਾ ਹੈ। ਠੀਕ ਹੈ, ਤੁਹਾਨੂੰ ਕੀ ਪਤਾ ਲੱਗਦਾ ਜਾਊਗਾ ਕਿ ਰੂਲ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਊਗਾ। ਦੇਖੋ, ਜਿਹੜੇ ਸਟੂਡੈਂਟਸ ਨੇ ਪਹਿਲਾਂ ਕਲਾਸਿਸ ਅਟੈਂਡ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਮੇਬੀ ਲੱਗੇ ਕਿ ਇਹ ਬਹੁਤ ਹੀ ਬੇਸਿਕ ਲੈਵਲ ਕਰਵਾਇਆ ਜਾ ਰਿਹਾ ਹੈ। ਠੀਕ ਹੈ, ਲੇਕਿਨ ਮੈਂ ਉਸ ਹਿਸਾਬ ਦੇ ਨਾਲ ਕਰਵਾ ਰਹੀ ਹਾਂ, ਮਤਲਬ 0 ਲੈਵਲ ਤੋਂ, ਜਿਹੜੇ ਜਿਨ੍ਹਾਂ ਨੂੰ ਰੀਜ਼ਨਿੰਗ ਦਾ ਮਤਲਬ ਹੀ ਨਹੀਂ ਪਤਾ ਕਿ ਰੀਜ਼ਨਿੰਗ 'ਚ ਹੁੰਦਾ ਕੀ ਹੈ, ਉਹ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ ਇਹ ਕਲਾਸਿਸ ਦੇ ਵਿੱਚ। ਠੀਕ ਹੈ, ਦੇਖੋ ਕੀ ਹੈ, ਇਨ ਅ ਸਰਟਨ ਕੋਡ ਲੈਂਗੁਏਜ। ਰੁਪਿੰਦਰ ਨੂੰ ਕਿਵੇਂ ਲਿਖਿਆ ਆਪਾਂ? ਸਭ ਤੋਂ ਪਹਿਲਾਂ ਆਪਾਂ ਕੀ ਲਿਖਾਂਗੇ? ਆਪਾਂ ਲਿਖਾਂਗੇ ਜੀ ਰੁਪਿੰਦਰ। ਕੋਡ ਕੀ ਦਿੱਤਾ ਹੋਇਆ ਹੈ? URIPDNRE। ਤੁਹਾਡੀ ਇੰਨੀ ਪ੍ਰੈਕਟਿਸ ਕਰਵਾ ਦੇਣੀ ਹੈ ਕਿ ਜਿਵੇਂ ਹੀ ਤੁਸੀਂ ਵਰਡ ਲਿਖੋਗੇ ਉਸ ਤੋਂ ਨੀਚੇ ਉਸ ਦਾ ਕੋਡ ਲਿਖੋਗੇ, ਤੁਸੀਂ ਦੇਖਣ ਸਾਰ ਸਮਝ ਜਾਓਗੇ ਕਿ ਇਹਦੇ ਵਿੱਚ ਆਹ ਚੀਜ਼ ਇੰਪਲੀਮੈਂਟ ਹੋਈ ਹੈ। ਠੀਕ ਹੈ, ਹੁਣ ਦੇਖੋ ਆਪਾਂ ਨੇ ਐਡੀਸ਼ਨ ਕਰ ਲਿਆ, ਐਡੀਸ਼ਨ ਰੂਲ ਕਰ ਲਿਆ ਆਪਾਂ। ਠੀਕ ਹੈ, ਸਬਟ੍ਰੈਕਸ਼ਨ ਰੂਲ ਕਰ ਲਿਆ। ਉਸ ਤੋਂ ਬਾਅਦ ਆਪਾਂ ਨੇ ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ ਕਰ ਲਿਆ। ਠੀਕ ਹੈ, ਐਡੀਸ਼ਨ ਕਰ ਲਿਆ, ਸਬਟ੍ਰੈਕਸ਼ਨ ਕਰ ਲਿਆ, ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ ਕਰ ਲਿਆ। ਤਾਂ ਫਿਰ ਹੁਣ ਆਪਾਂ ਪਹਿਲਾਂ ਇਹ ਤਿੰਨੋਂ ਰੂਲ ਦੇਖੀਏ। RSTU ਹੋ ਸਕਦਾ ਹੈ, ਇੱਥੇ ਮਾਈਨਸ ਹੋ ਸਕਦਾ ਹੈ, ਲੇਕਿਨ ਇਹ ਤਾਂ ਬਹੁਤ ਜ਼ਿਆਦਾ ਫਰਕ ਆ ਗਿਆ। P ਤੇ I ਦੇ ਵਿੱਚ ਤਾਂ ਬਹੁਤ ਜ਼ਿਆਦਾ ਫਰਕ ਆ ਗਿਆ। ਠੀਕ ਹੈ, ਹੁਣ ਆਪਾਂ ਸਬਟ੍ਰੈਕਸ਼ਨ ਵੀ ਨਹੀਂ ਹੋ ਰਹੀ, ਐਡੀਸ਼ਨ ਵੀ ਨਹੀਂ ਹੋ ਰਹੀ, ਇਕੱਠਾ ਜੋੜ ਘਟਾ ਵੀ ਨਹੀਂ ਹੋ ਰਿਹਾ। ਅਗਰ ਤੁਸੀਂ ਧਿਆਨ ਨਾਲ ਦੇਖੋ, ਰੁਪਿੰਦਰ ਸੇਮ ਹੀ ਅੱਖਰ ਨੀਚੇ ਆ ਰਹੇ ਹੈ, URPI। ਠੀਕ ਹੈ, ਇਹ ਤਾਂ ਇੰਨਾ ਦੇਖ ਕੇ ਪਤਾ ਚੱਲ ਰਿਹਾ ਹੈ। ਤਾਂ ਇਹ ਕੀ ਹੋ ਰਿਹਾ? ਇੰਟਰਚੇਂਜ ਹੋ ਰਹੇ ਹਨ, ਦੋ ਐਲਫਾਬੈਟਸ ਚੱਕ ਕੇ ਇੰਟਰਚੇਂਜ ਹੋ ਰਹੇ हैं। ਕਲੀਅਰ ਹੈ? ਕਿਵੇਂ ਜੀ? ਦੇਖੋ RU, ਇਹ ਦੋ ਇੰਟਰਚੇਂਜ ਹੋ ਗਏ, ਮਤਲਬ R ਦੀ ਥਾਂ ਤੇ U ਆ ਗਿਆ ਤੇ U ਦੀ ਥਾਂ ਤੇ R ਆ ਗਿਆ। ਉਸ ਤੋਂ ਬਾਅਦ PI ਹੈ, ਇਹ ਇੰਟਰਚੇਂਜ ਹੋ ਗਿਆ। ਦੋ ਪੇਅਰਸ, ਮਤਲਬ ਪੇਅਰਸ ਚੱਕ ਲਏ ਦੋ ਲੈਟਰਸ ਤੇ। ਠੀਕ ਹੈ, ਤੇ ਫਿਰ ਉਹਨਾਂ ਨੂੰ ਕੀ ਕਰਤਾ? ਇੰਟਰਚੇਂਜ ਕਰਤਾ। ਐਵੇਂ ਹੀ ND ਹੈ, DD ਆ ਗਿਆ, NN ਆ ਗਿਆ, ਫਿਰ ER ਹੈ, RR ਆ ਗਿਆ ਤੇ EE ਆ ਗਿਆ। ਕਲੀਅਰ ਹੈ ਸਟੂਡੈਂਟਸ? ਅਗਰ ਕੁਝ ਨਹੀਂ ਸਮਝ ਆਉਂਦਾ, ਠੀਕ ਹੈ, ਜਾਂ ਆਪਾਂ ਸਲੋ ਚੱਲ ਰਹੇ ਹਾਂ, ਕਲਾਸ ਸਲੋ ਚੱਲ ਰਹੀ ਹੈ ਜਾਂ ਕਲਾਸ ਤੇਜ਼ ਚੱਲ ਰਹੀ ਹੈ, ਵੈਸੇ ਤੇਜ਼ ਤਾਂ ਨਹੀਂ ਹੈਗੀ, ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਅਗਰ ਤੁਹਾਨੂੰ ਸਮਝ ਆ ਰਿਹਾ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਹਾਂਜੀ ਸਾਨੂੰ ਸਮਝ ਆ ਰਿਹਾ ਹੈ। ਠੀਕ ਹੈ, ਨਿਰਮਲ, ਹੁਣ ਨਿਰਮਲ ਦਾ ਕੋਡ ਆਹੀ ਸੇਮ ਲੌਜਿਕ ਨਾਲ ਕਰਾਂਗੇ। ਠੀਕ ਹੈ, ਦੋ ਅੱਖਰ ਚੱਕਣੇ ਹੈ, ਮਤਲਬ ਇੱਕ ਪੇਅਰ ਚੱਕਣੇ। NI ਕੀ ਆ ਗਿਆ? I ਤੇ N ਕੀ ਆ ਗਿਆ? I ਤੇ N। RM ਇੰਟਰਚੇਂਜ ਕਰਕੇ ਕੀ ਆਜੂ? M ਤੇ R। AL ਇੰਟਰਚੇਂਜ ਕਰਕੇ ਕੀ ਆਜੂ? LA। ਤਾਂ ਨਿਰਮਲ ਦਾ ਕੋਡ ਕੀ ਬਣ ਗਿਆ ਜੀ? INMRLA। ਠੀਕ ਹੈ, ਤਾਂ ਨਿਰਮਲ ਦਾ ਕੋਡ ਕੀ ਬਣ ਗਿਆ? INMRLA। ਕਲੀਅਰ ਹੈ ਸਟੂਡੈਂਟਸ? ਠੀਕ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ, ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ। ਅਗਰ ਤੁਹਾਨੂੰ ਅੱਛਾ ਲੱਗ ਰਿਹਾ, ਕਲਾਸਿਸ ਅੱਛੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਵੀ ਕਰੋ ਤੇ ਕਮੈਂਟ ਵੀ ਕਰੋ। ਠੀਕ ਹੈ, ਅਗਰ ਤੁਹਾਨੂੰ ਕੁਝ ਹੋਰ ਚਾਹੀਦਾ, ਮਤਲਬ ਕਿਸੇ ਪਰਟੀਕੂਲਰ ਤਰੀਕੇ ਦੇ ਕੁਐਸਚਨ ਤੁਸੀਂ ਕਰਨੇ ਹੈ, ਵੈਸੇ ਤਾਂ ਆਪਾਂ ਲਾਈਨ ਬਾਏ ਲਾਈਨ ਸਾਰਾ ਕੁਝ ਕਰਾਂਗੇ, ਲੇਕਿਨ ਅਗਰ ਕੋਈ ਵੀ ਮਟੀਰੀਅਲ ਦੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ। ਕਰੀਏ ਜੀ ਨੈਕਸਟ ਕੁਐਸਚਨ। ਦੇਖੋ, in a certain code language, Rajnikant is written as, in a certain code language, Rajnikant is written as TNAKINJAR. Then the code of mountain will be। ठीक है, ਰਜਨੀਕਾਂਤ ਦਾ ਕੋਡ ਆਪਾਂ ਨੂੰ ਗਿਵਨ ਹੈ, ਆਪਾਂ ਨੇ ਕੀ ਕਰਨਾ ਹੈ? ਮਾਊਂਟੇਨ ਦਾ ਕੋਡ ਆਪਾਂ ਫਾਈਂਡ ਆਊਟ ਕਰਨਾ ਹੈ। ਠੀਕ ਹੈ, in a certain code language Rajnikant is written as this, then the code of mountain will be। ਐਡੀਸ਼ਨ ਤਾਂ ਨਹੀਂ ਪੋਸੀਬਲ, ਸਬਟ੍ਰੈਕਸ਼ਨ ਵੀ ਨਹੀਂ ਪੋਸੀਬਲ, ਮਤਲਬ ਪੋਸੀਬਲ ਹੋਣ ਨੂੰ ਤਾਂ ਹੋ ਸਕਦੀ ਹੈ, ਲੇਕਿਨ ਅਗਰ ਤੁਸੀਂ ਡਿਫਰੈਂਸ ਦੇਖੋ RST ਇਹ 'ਚ ਤਾਂ 2 ਐਡ ਹੋ ਗਏ,
लेकिन ए ते एन दे विच तां बहुत ज़्यादा डिफरेंस है, ठीक है। जे ते ए दे विच भी हमेशा एडिशन या सबट्रैक्शन मैक्सीमम ਇਹ ਹੁੰਦਾ ਕਿ 5 ਜਾਂ 6 ਨੰਬਰਾਂ ਦੀ ਹੁੰਦੀ ਹੈ, ਠੀਕ ਹੈ। ਜ਼ਿਆਦਾਤਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ, ਐਵੇਂ ਨਹੀਂ ਕਿ 15 ਅੱਖਰ ਐਡ ਹੋਈ ਜਾਂਦੇ ਆ ਜਾਂ 20 ਅੱਖਰ ਐਡ ਹੋਈ ਜਾਂਦੇ ਆ, ਤਾਂ ਇਹ ਚੀਜ਼ ਦਾ ਵੀ ਧਿਆਨ ਰੱਖਣਾ ਹੈ। ਸਾਈਮਲਟੇਨੀਅਸਲੀ ਐਡੀਸ਼ਨ ਐਂਡ ਸਬਟ੍ਰੈਕਸ਼ਨ ਵੀ ਨਹੀਂ ਹੋ ਰਿਹਾ, ਇੰਟਰਚੇਂਜ ਵੀ ਨਹੀਂ ਹੋ ਰਿਹਾ। ਇਹ ਕੀ ਹੋ ਰਿਹਾ ਹੈ? ਅਗਰ ਤੁਸੀਂ ਧਿਆਨ ਨਾਲ ਦੇਖੋਗੇ, ਰਜਨੀਕਾਂਤ ਇੱਥੇ ਲਿਖਿਆ ਹੋਇਆ, ਰਜਨੀਕਾਂਤ ਇੱਥੇ ਲਿਖਿਆ ਹੋਇਆ। ਅਗਰ ਆਪਾਂ ਦੇਖੀਏ ਇਹਨੂੰ ਰਿਵਰਸ ਕਰਕੇ ਲਿਖ ਦਿੱਤਾ ਹੈ, ਠੀਕ ਹੈ। ਮਤਲਬ ਜਿਹੜਾ ਸਭ ਤੋਂ ਅਖੀਰ ਵਾਲਾ ਅੱਖਰ ਹੈ ਉਹ ਸਭ ਤੋਂ ਪਹਿਲਾਂ ਲਿਖਤਾ, ਜਿਹੜਾ ਸਭ ਤੋਂ ਪਹਿਲਾ ਅੱਖਰ ਹੈ ਉਹ ਸਭ ਤੋਂ ਅਖੀਰ 'ਚ ਲਿਖਤਾ, ਠੀਕ ਹੈ ਜੀ। ਦੇਖੋ TNAKINJAR, ਕਲੀਅਰ ਹੈ। ਹੁਣ ਆਪਾਂ ਮਾਊਂਟੇਨ ਦੇਖੀਏ, NIATNUO ਤੇ M, ਰਿਵਰਸ ਕਰਕੇ ਲਿਖਤਾ, ਠੀਕ ਹੈ। ਅਗਰ ਤੁਹਾਨੂੰ ਐਵੇਂ ਲਿਖਣਾ ਔਖਾ ਲੱਗਦਾ ਪਿੱਛੋਂ ਰਿਵਰਸ ਕਰਕੇ ਲਿਖ ਦਿਓ। ਮੀਨਸ ਆਪਾਂ ਨੇ ਮਾਊਂਟੇਨ ਲਿਖਣਾ ਸੀ MUNTAIN, क्लीयर है, ठीक है। हुण आपां आने एक बार रूल्स ते। देखो जी, एडिशन रूल सारिਆਂ ਨੂੰ समझ आ गया, एडिशन रूल सारिਆਂ ਨੂੰ समझ आ गया, ठीक है। की हुंदा है ++1, कुछ भी हो सकता है, +1 +2, ठीक है। सारे एक ऐड हो सकते हैं, सारे 2, सारे 3, या ये भी हो सकता है कॉन्जिक्यूटिव नंबर्स, ठीक है। कॉन्जिक्यूटिव नंबर्स किहड़े नंबर्स हुंदे हैं? लगातार। कॉन्जिक्यूटिव नंबर्स किहड़े नंबर हुंदे हैं? जिहड़े लगातार चलन, जिहड़े लगातार अपने चलते हैं, जिवें कि 1 2 3 4 5, ठीक है। तो एडिशन रूल समझ आ गया। सबट्रैक्शन रूल भी सेम है, -1 भी हो सकता है, -2 2, -1 -2 -3 ये भी हो सकता है। उस तो बाद साइमल्टेनियसली एडिशन एंड सबट्रैक्शन। साइमल्टेनियसली एडिशन एंड सबट्रैक्शन की हुंदा है जी, एक बार प्लस हो गया, एक बार माइनस हो गया, फिर प्लस हो गया, फिर माइनस हो गया। नंबर कोई भी हो सकता है, 1 भी हो सकता है, 2 भी हो सकते हैं, 3 भी हो सकते हैं, ठीक है। इंटरचेंज पोजीशन, इंटरचेंज पोजीशन, इंटरचेंज पोजीशन आप रुपिंदर वाला क्वेश्चन किया ना, रुपिंदर वाला क्वेश्चन किया ना इंटरचेंज वाला, ठीक है। वही की 2 एल्फाबैट्स नूं लेके इंटरचेंज करता है। ये जरूरी नहीं है स्टूडेंट्स कि 2 एल्फाबैट्स नूं लेके ही तुसी इंटरचेंज करोगे, ये कोई ज़रूरी नहीं है कि तुसी 2 एल्फाबैट्स नूं लेके ही इंटरचेंज करना है। इंटरचेंज 3 एल्फाबैट्स नूं लेके भी कर सकते हो, ठीक है। वो मैं दस दिनी हाँ किवें कर सकते हैं आपां, जस्ट अ सैकेंड, वो मैं दस दिनी हाँ कि किवें तुसी इंटरचेंज कर सकते हो। 3 2 वाला तो समझ आ गया, 2 वाला सारिਆਂ ਨੂੰ समझ आ गया, ठीक है। देखो 3 वाला, 3 जिमें कि आप रुपिंदर वर्ड ही लेने RUPINDER, ठीक है। आप ही वर्ड ले लिया। 3 ने इन्होंने की किया जी, ये 4 वर्ड्स बननगे, ठीक है। इंटरचेंज कर लिया, ये 4 वर्ड्स पहला ले ले, फिर नैक्सट 4 वर्ड्स ले ले, ठीक है। IPUR, उस तो बाद REDN, आ देखो IRU ते R, ठीक है, REDN, क्लीयर है। तो ये ज़रूरी नहीं है कि तुसी 2 ही अपना लेके करना है, 2 एल्फाबैट्स नूं लेके ही करना है, 4 भी हो सकते हैं। अगर कोई 10 अखरां दा हैगा वर्ड तो 5 भी हो सकते हैं, डिपेंड करता है, ठीक है। एग्जामिनर ते डिपेंड करूगा। उस तो बाद रीअरेंजमेंट, रीअरेंजमेंट पोजीशन या आप रिवर्स कह सकते हैं, या आप रिवर्स पोजीशन कह सकते हैं। रजनीकांत वाला क्वेश्चन किया ना, रिवर्स करके लिखता सी सारा, ठीक है। सेम वर्ड नू रिवर्स करके, जिमें कि रीड है, ठीक है, रीड है, इनू आप रिवर्स करके लिखता DAER, ठीक है। ये हो गया रिवर्स। आई होप सारिਆਂ ਨੂੰ 5 क्वेश्चन अच्छी तरह क्लीयर हो गए होंगे, 5 रूल्स पहले अच्छी तरह क्लीयर हो गए होंगे। एडिशन रूल, सबट्रैक्शन रूल, साइमल्टेनियसली एडिशन एंड सबट्रैक्शन, इंटरचेंज पोजीशन एंड रीअरेंजमेंट पोजीशन, ठीक है। हुण आपां चलदे हां नैक्सट क्वेश्चनस ते। देखो जी, इन्होंने की दिता, इन अ सर्टन कोड लैंग्वेज, in a certain code language, cat is written as BDASU, then the code of bat will be,
then the code of that will be। ਹੁਣ ਬੱਚੇ ਇਸ ਚੀਜ਼ 'ਚ ਕਨਫਿਊਜ਼ ਹੋ ਜਾਣਗੇ ਕਿ ਜਿੰਨੇ ਵੀ ਕੁਐਸਚਨ ਕੀਤੇ ਨੇ ਹਲੇ ਤੱਕ ਉਹ 'ਚ ਅਗਰ ਉੱਪਰ ਵਰਡ ਦੇ ਵਿੱਚ 3 ਅੱਖਰ ਹੁੰਦੇ ਸੀ ਤਾਂ ਨੀਚੇ ਕੋਡ 'ਚ ਵੀ 3 ਹੀ ਹੁੰਦੇ ਸੀ, ਨੀਚੇ ਕੋਡ 'ਚ ਵੀ 3 ਹੁੰਦੇ ਸੀ। ਅਗਰ ਉੱਪਰ 4 ਸੀ ਤਾਂ ਕੋਡ ਵੀ 4 ਅੱਖਰਾਂ ਦਾ ਸੀ। ਹੁਣ ਉੱਪਰ ਅੱਖਰ 3 ਹੈ ਲੇਕਿਨ ਨੀਚੇ ਜਿਹੜਾ ਕੋਡ ਹੈ, ਜਿਹੜਾ ਨੀਚੇ ਕੈਟ ਦਾ ਕੋਡ ਹੈ ਇਹ 'ਚ 5 ਅੱਖਰ ਹੈ। ਹੁਣ ਇਹ ਕਿਵੇਂ ਹੋ ਗਿਆ? ਤਾਂ ਆਪਾਂ ਇਹਨੂੰ ਡਰਨਾ ਨਹੀਂ ਹੈ, ਆਰਾਮ ਨਾਲ ਦੇਖਦੇ ਹਾਂ। ਠੀਕ ਹੈ, ਸੀ ਤੋਂ ਬੀ ਬਣ ਸਕਦਾ ਹੈ, ਬਿਲਕੁਲ ਬਣ ਸਕਦਾ ਹੈ। ਕਿਵੇਂ? ਮਾਈਨਸ ਕਰਕੇ। ਸੀ ਤੋਂ ਡੀ ਬਣ ਸਕਦਾ ਹੈ, ਬਿਲਕੁਲ ਬਣ ਸਕਦਾ ਹੈ। ਕਿਵੇਂ? ਇੱਕ ਅੱਖਰ ਨੂੰ ਪਲੱਸ ਕਰਕੇ। ਇੱਥੇ ਅਗਰ ਆਪਾਂ ਇੱਕ ਮਾਈਨਸ ਕਰਾਂਗੇ ਤੇ ਇੱਕ ਪਲੱਸ ਕਰਾਂਗੇ ਬੀ ਤੇ ਡੀ ਆ ਜਾਊਗਾ। ਇਹ ਐਜ਼ ਇਟ ਇਜ਼ ਆ ਸਕਦਾ ਹੈ। ਟੀ ਤੋਂ ਐਸ ਕਿਵੇਂ ਬਣ ਸਕਦਾ ਹੈ? ਮਾਈਨਸ ਇੱਕ ਹੋ ਕੇ। ਟੀ ਤੋਂ ਯੂ ਕਿਵੇਂ ਹੋ ਸਕਦਾ ਹੈ? ਪਲੱਸ ਇੱਕ ਹੋ ਕੇ। ਠੀਕ ਹੈ, ਤਾਂ ਕੈਟ ਦਾ ਕੋਡ ਕੀ ਬਣ ਗਿਆ? BDASU। ਠੀਕ ਹੈ, ਹੁਣ ਆਪਣਾ ਬੈਟ ਦਾ ਕੋਡ ਕੀ ਬਣ ਜੂਗਾ? ਅਗਰ ਆਪਾਂ ਬੀ ਚੋਂ ਇੱਕ ਮਾਈਨਸ ਕਰਾਂਗੇ ਕੀ ਆ ਜਾਊਗਾ? ਅਗਰ ਆਪਾਂ ਬੀ ਚੋਂ ਇੱਕ ਮਾਈਨਸ ਕਰਾਂਗੇ ਤਾਂ ਆਪਣਾ ਕੀ ਆ ਜਾਊਗਾ? ਆਪਣਾ ਆ ਜਾਊਗਾ ਜੀ ਏ। ਬੀ 'ਚ ਇੱਕ ਪਲੱਸ ਕਰਾਂਗੇ ਤਾਂ ਕੀ ਆ ਜਾਊ? ਸੀ। ਏ ਦਾ ਏ ਸੇਮ ਲਿਖ ਦਾਂਗੇ। ਟੀ ਚੋਂ ਇੱਕ ਮਾਈਨਸ ਕਰਾਂਗੇ ਕੀ ਆ ਜਾਊਗਾ? ਐਸ ਆ ਜਾਊਗਾ। ਟੀ 'ਚ ਇੱਕ ਜੋੜ ਕਰਾਂਗੇ ਤਾਂ ਕੀ ਆ ਜਾਊਗਾ? ਯੂ ਆ ਜਾਊਗਾ। ਤਾਂ ਆਨਸਰ ਕੀ ਆ ਜਾਊਗਾ ਆਪਣਾ? ACASU। ACASU। ਕਲੀਅਰ ਹੈ? ਆਈ ਹੋਪ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਠੀਕ ਹੈ, ਚਲੋ ਜੀ। ਇਨ ਅ ਸਰਟਨ ਕੋਡ ਲੈਂਗੁਏਜ, ਅਗਲਾ ਕੁਐਸਚਨ ਦੇਖਦੇ ਹਾਂ। ਬਠਿੰਡਾ is written as Bathinda is written as Y Z G S R M W Z। Then the code of Punjab will be, then the code of Punjab will be। ਹੁਣ ਦੇਖੋ ਜੀ, ਜਿਹੜੇ ਸਟੂਡੈਂਟਸ ਨੇ ਕੱਲ੍ਹ ਵਾਲੀ ਕਲਾਸ ਨੂੰ ਧਿਆਨ ਦੇ ਨਾਲ ਅਟੈਂਡ ਕੀਤਾ, ਠੀਕ ਹੈ, ਧਿਆਨ ਨਾਲ ਅਟੈਂਡ ਕੀਤਾ ਅਤੇ ਦੂਜੀ ਗੱਲ ਉਹ ਆਪਣਾ ਹੋਮਵਰਕ ਅੱਛੀ ਤਰ੍ਹਾਂ ਕਰਕੇ ਆਏ ਹੈ, ਮਤਲਬ ਉਹ ਯਾਦ ਕਰਕੇ ਆਏ ਨੇ ਟੇਬਲ ਨੂੰ, ਉਹਨਾਂ ਨੂੰ ਇਹ ਕੁਐਸਚਨ ਲਿਖਦੇ ਸਾਰ ਹੀ ਸਮਝ ਆ ਗਿਆ ਹੋਏਗਾ। ਐਡੀਸ਼ਨ ਰੂਲ ਨਹੀਂ ਹੋ ਰਿਹਾ, ਸਬਟ੍ਰੈਕਸ਼ਨ ਨਹੀਂ ਹੋ ਰਿਹਾ, ਸਾਈਮਲਟੇਨੀਅਸਲੀ ਐਡੀਸ਼ਨ ਸਬਟ੍ਰੈਕਸ਼ਨ ਨਹੀਂ ਹੋ ਰਿਹਾ, ਇੰਟਰਚੇਂਜ ਵੀ ਨਹੀਂ ਹੋ ਰਿਹਾ, ਇੱਕ ਐਲਫਾਬੈਟ ਤੋਂ ਦੋ ਐਲਫਾਬੈਟ ਬਣ ਜਾਣ ਉਹ ਵੀ ਨਹੀਂ ਹੋ ਰਿਹਾ। ਇਹ ਕੀ ਹੋ ਰਿਹਾ ਹੈ? ਬੀ ਜਿਹੜਾ ਕਿ ਲੈਫਟ ਐਂਡ ਤੋਂ ਦੂਜੇ ਨੰਬਰ 'ਤੇ ਹੁੰਦਾ ਹੈ, ਵਾਈ ਰਾਈਟ ਐਂਡ ਤੋਂ ਦੂਜੇ ਨੰਬਰ 'ਤੇ ਹੈ, ਏ ਲੈਫਟ ਐਂਡ ਤੋਂ ਇੱਕ ਨੰਬਰ 'ਤੇ ਹੈ ਤਾਂ ਜ਼ੈਡ ਰਾਈਟ ਐਂਡ ਤੋਂ ਇੱਕ ਨੰਬਰ 'ਤੇ ਹੈ। ਐਵੇਂ ਹੀ ਟੀ ਅਗਰ ਇੱਥੋਂ ਬੀ 'ਤੇ ਹੈ ਤਾਂ ਜੀ ਪਿੱਛੋਂ ਬੀ 'ਤੇ ਹੈ। ਇਹ ਦੱਸਿਆ ਸੀ ਕਿਵੇਂ? ਦੇਖੋ ਆਪਣਾ ਕੀ ਲੌਜਿਕ ਸੀ? ਬੀ ਵਾਈ ਬॉय, BOY ਬॉय, AZ ਆਜ਼ਾਦ, TH ਗਵਰਨਮੈਂਟ ਟੀਚਰ, HS ਕੀ ਸੀ? ਹਾਈ ਸਕੂਲ, IR ਇੰਡੀਅਨ ਰੇਲਵੇਜ਼, NM ਮੈਨ, DW दूध वाला, AZ ਆਜ਼ਾਦ। ਕਲੀਅਰ ਹੈ? ਹੁਣ ਜਿਹੜੇ ਸਟੂਡੈਂਟਸ ਨੇ ਧਿਆਨ ਦੇ ਨਾਲ ਕੀਤਾ ਸੀ ਉਹ ਇਸ ਕੁਐਸਚਨ ਨੂੰ ਬਹੁਤ ਹੀ ਆਰਾਮ ਨਾਲ ਕਰ ਲੈਣਗੇ। ਠੀਕ ਹੈ, ਬਹੁਤ ਹੀ ਆਰਾਮ ਦੇ ਨਾਲ ਉਹ ਇਸ ਕੁਐਸਚਨ ਨੂੰ ਕਰ ਲੈਣਗੇ। ਦੂਜੀ ਗੱਲ, ਅਗਰ ਕਿਸੇ ਨੇ ਐਵੇਂ ਨਹੀਂ ਯਾਦ ਕਰਨਾ, ਅਗਰ ਕਿਸੇ ਨੇ ਐਵੇਂ ਯਾਦ ਨਹੀਂ ਕਰਨਾ ਤਾਂ ਇਸ ਦਾ ਇੱਕ ਫਾਰਮੂਲਾ ਹੁੰਦਾ ਹੈ, ਉਹ ਮੈਂ ਕੱਲ ਦੱਸਿਆ ਨਹੀਂ ਸੀ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ, ਉਸਨੂੰ ਅੱਜ ਧਿਆਨ ਦੇ ਨਾਲ ਸਮਝੋ। ਠੀਕ ਹੈ, ਟੋਟਲ ਜਿਹੜੇ ਆਪਣੇ ਹੁੰਦੇ ਆ ਐਲਫਾਬੈਟਸ ਉਹ ਕਿੰਨੇ ਹੈ? 26। ਠੀਕ ਹੈ, ਇੱਕ ਆਪਣਾ ਹੁੰਦਾ ਹੈ ਲੈਫਟ ਹੈਂਡ, ਇੱਕ ਹੁੰਦਾ ਆਪਣਾ ਰਾਈਟ ਹੈਂਡ। ਠੀਕ ਹੈ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਆਰ, ਕੋਈ ਵੀ ਅੱਖਰ ਚੱਕ ਲਓ, ਮੈਂ ਆਰ ਚੱਕਿਆ, ਆਰ ਦੀ ਖੱਬੇ ਪਾਸਿਓਂ ਜਿਹੜੀ ਪੋਜੀਸ਼ਨ ਹੈ ਉਹ 18 ਹੈ। ਅਗਰ ਮੈਂ ਸੋਥੋਂ ਪੁੱਛ ਲਾਂ ਕਿ ਫਿਰ ਸੱਜੇੋਂ ਪਾਸਿਓਂ ਕਿੰਨੀ ਪੋਜੀਸ਼ਨ ਹੋਊਗੀ, ਅਗਰ ਤੁਹਾਨੂੰ ਕੁਝ ਵੀ ਯਾਦ ਨਾ ਆਵੇ ਤਾਂ ਤੁਸੀਂ ਇਹ ਫਾਰਮੂਲਾ ਯਾਦ ਕਰ ਲਓ, ਲੈਫਟ ਹੈਂਡ ਪਲੱਸ ਰਾਈਟ ਹੈਂਡ -1 ਇਕੁਅਲਸ ਟੂ ਟੋਟਲ। ਠੀਕ ਹੈ, ਮੈਂ ਉੱਪਰ ਲਿਖ ਦਿੰਦੀ ਹਾਂ, ਲੈਫਟ ਹੈਂਡ प्लस
राइट हैंड -1 इक्वल्स टू टोटल। ठीक है, लैफ्ट हैंड प्लस राइट हैंड -1 इक्वल्स टू टोटल। हुण लैफ्ट हैंड दी की पोजीशन है आर दी, लैफ्ट हैंड दी की पोजीशन है आर दी 18, लैफ्ट हैंड दी पोजीशन हैगी है आर दी 18। ठीक है, राइट हैंड दी आपां कड्ढनी है, मैं दसदी हाँ, पहला तुसीं नोट डाउन कर लो सारे फटाफट, सारे स्टूडेंट्स नोट डाउन कर लो। देखो जी, लेफ्ट हैंड 18 प्लस राइट हैंड -1 इक्वल्स टू 26। ठीक है, राइट हैंड एक उधर जाऊगा प्लस का बन जाऊगा 27 -18। राइट हैंड कितना आ जाऊगा आर दी, राइट हैंड तो कितनी पोजीशन आ जाऊगी, हाँ जी कितनी आ गई जी, फटाफट बोलो, 9। ठीक है, आप इत्थे भी याद की थी ना, इंडियन रेलवेज आई 9 नंबर पर आंदा, आर भी 9 नंबर पर आंदा पिछों। बस हुण तुसी फॉर्मूले नूं समझो, लैफ्ट हैंड की पोजीशन था, ठीक है, राइट हैंड की आपां -1 क्यों किया, आपां -1 तां किया क्योंकि एक अखर नूं आपां 2 बार काउंट किया, ਉਹਦਾ ਖੱਬੇ ਪਾਸਿਓਂ ਵੀ ਕੀਤਾ ਤੇ ਉਹਨੂੰ ਸੱਜੇ ਪਾਸਿਓਂ ਵੀ ਕੀਤਾ, ਟੋਟਲ 'ਚ ਫਿਰ 1 ਨੰਬਰ ਵੱਧ ਗਿਆ ਤਾਂ ਇੱਥੋਂ ਇੱਕ ਮਾਈਨਸ ਆਪਾਂ ਨੇ ਕਰਤਾ। ਕਲੀਅਰ ਹੈ? ਜਾਂ ਕਈ स्टूडेंट्स एवें भी फॉर्मूला याद कर लेंगे हैं, लैफ्ट हैंड प्लस राइट हैंड इक्वल्स टू 27, मतलब टोटल च अगर +1 करांगे तो 27 ही बन जूगा, लेकिन जेड़ा इहदा सही वे का फॉर्मूला है वो ये है। ठीक है, जेड़ा इहदा सही तरीके का फॉर्मूला है वो केड़ा है जी, लैफ्ट हैंड प्लस राइट हैंड दोनों एंड तो उही अखर नूं जोड़ करता, -1 क्यों किया क्योंकि टोटल अखर 26 है, अगर आप एक अखर नूं दोनों पासे जोड़ांगे तो अखर 27 बन जाएंगे, तो -1 करता, टोटल इक्वल्स टू टोटल जो कि 26 का है। ठीक है, हुण आपां ने किहदा कोड फाइंड आउट करना है, पंजाब का। ठीक है, मैं जो तुहानूं करवाया सी वो दस दनी आ, देखो बहुत ही आसान तरीके नाल फिर तुसी कोड नूं फाइंड आउट कर सकते हो। आपां ने पंजाब का कोड फाइंड आउट करना है, पंजाब का कोड आपां फाइंड आउट करना है। ठीक है, P 16 नंबर पर आता है, पिछों 16 27 -16 भी कर सकते हो। ठीक है, 11 आऊगा, 11 ते के आऊगा, या इत्थे याद रख लो काला पानी, यू किस दे नाल सी इवनिंग तो ई आ जाऊगा, एम किस दे नाल सी एम नाल मैन। ठीक है, जे किस दे नाल सी क्यू नाल जैक एंड क्यून तो क्यू आ जाऊगा, ए किस दे नाल सी जैड नाल आज़ाद आ जाऊगा, बी किस दे नाल सी वाई नाल बॉय तो अपना कोड की बन जाऊगा KEMQZY, KEMQZY। ये हुण सारा ते सारा तुहाडे ते डिपेंड है कि तुसी किस तरीके नाल क्वेश्चन करना चाहते हो। लैफ्ट हैंड राइट हैंड वाला फॉर्मूला मैं कल तां नहीं दस्सिया सी कि तुहानूं कन्फ्यूजन ना हो जाए। ठीक है, चाहे तो टेबल याद कर लो, लैफ्ट हैंड राइट हैंड वैसे अगे भी जरूरत पेगी, एक रैंकिंग चैप्टर है तुहाडा। ठीक है, हुण नहीं याद करोगे तो फिर उदों याद करोगे, ये हुण तुसी देख लो। मैं बार बार कह रही हाँ, कुछ ना समझ आवे तो तुसी पूछ सकते हो, कमेंट कर सकते हो। ठीक है जी, नोट डाउन करते रहना, सारा कुछ नोट डाउन करते रहना। चलिए नैक्सट क्वेश्चन ते हो गया सबका, आई होप सारिਆਂ ਦਾ हो गया होएगा। देखो तुसी कोई भी क्लर्क का एग्जाम देना है पंजाब का, वो ये क्लासिस सफिशेंट रहनगियां, इस बैच दियां क्लासिस सफिशेंट रहनगियां, चाहे वो PSSB क्लर्क है, चाहे PSPCL क्लर्क है। ठीक है, या फिर ये अपना ਜਿਹੜਾ ਹੁਣ ਨਿਕਲੀਆਂ ਹੋਈਆਂ ਅਸਿਸਟੈਂਟ ਲਾਈਨਮੈਨ ਦੀਆਂ ਪੋਸਟਾਂ ਨੇ, ਉਹਦੇ ਵਿੱਚ ਵੀ ਰੀਜ਼ਨਿੰਗ ਦਾ ਲੈਵਲ ਆਹੀ ਰਹਿੰਦਾ ਹੈ, ਜਾਂ ਫਿਰ ਪੁਲਿਸ ਕਨਸਟੇਬਲ ਦਾ ਐਗਜ਼ਾਮ ਹੈ, ਉਹਨਾਂ ਵਿੱਚ ਜਿਹੜਾ ਲੈਵਲ ਹੈ ਉਹ ਆਹੀ ਰਹਿਣਾ ਹੈ, ਉਹ ਆਹੀ ਲੈਵਲ ਰਹਿਣਾ ਹੈ। ਠੀਕ ਹੈ, चलिए नेक्स्ट आओ जी। एक मिनट स्टूडेंट्स,
ਲਾਸਟ ਕੁਐਸਚਨ ਰਹਿ ਗਿਆ ਸੀ ਆਪਣਾ, ਪਹਿਲਾਂ ਆਪਾਂ ਉਹ ਕੰਪਲੀਟ ਕਰ ਲਈਏ। ਦੇਖੋ ਇਨ ਅ ਸਰਟਨ ਕੋਡ ਲੈਂਗੁਏਜ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਇਨ ਅ ਸਰਟਨ ਕੋਡ ਲੈਂਗੁਏਜ ਐਗਜ਼ਾਮੀਨੇਸ਼ਨ, ਠੀਕ ਹੈ, ਐਗਜ਼ਾਮੀਨੇਸ਼ਨ is written as F G O J K P O B K L P, then the code of aim will be, ठीक है। ਹੁਣ ਅਗਰ ਆਪਾਂ ਦੇਖੀਏ ਇਹਦੇ ਵਿੱਚ ਜਿਹੜਾ ਵਰਡ ਗਿਵਨ ਹੈ ਉਹ ਤਾਂ ਕਾਫੀ बड़ा वर्ड है, ठीक है, लेकिन जो कोड पूछा सिर्फ 3 ही अखरां दा पूछिया, E+1, चलो बई प्लस दा हुंदा हो X, ये तो कुछ नहीं बन रहा, ना ओपोजिट है, ना सबट्रैक्ट हो सकता है, ना ही माइनस हो सकता है, ओ सॉरी ऐड हो सकता है, AO ये भी कुछ नहीं बन रहा, MJ नहीं, ये तो कुछ नहीं बन रहा। हुण तुसीं एक चीज़ नूं अगर ध्यान दे विच दोगे रखोगे, एम है, ए हैगा इत्थे, आई हैगा इत्थे, एम हैगा, ठीक है, ए हैगा, आई हैगा ते एम हैगा। ए दा कोड ओ दिता होया, बिल्कुल ए दा कोड ओ दिता होया, ठीक है, एन दा कोड पी दिता होया, एन दा कोड पी दिता होया, मतलब आपां इत्थों ही एल्फाबेट्स दे कोड नूं लिख सकदे हां, इत्थों ही आपां की कर सकदे हां स्टूडेंट्स, एल्फाबेट्स दे कोड्स नूं लिख सकदे हां, ठीक है, क्यों, क्योंकि सब दे कॉमन कोड्स आ रहे हैं, जिमें कि ए दा आ गया, आई दा देखो, आई दा के है, ठीक है, 3 अखर अपने कोल हैगे ते तीनों अखर अपने इस वर्ड दे विच भी हैं। ए दा कोड की आ गया ओ, आई दा कोड की आ गया के, एम दा कोड की आ गया जे, तो अपना आंसर की बन गया जी OK जे। ए दा कोड की आया ओ, आई दा कोड आया के, ते उस तो बाद एम दा कोड की आया जे। क्लीयर है स्टूडेंट्स? अगर कोई भी डाउट है तो प्लीज़ तुसी कमेंट कर सकते हो, ठीक है। देखो हुण आपां ने ये 3 कीते हैं, एक लैटर दे 2 जिहड़ा वो कैट ते बैट वाला क्वेश्चन कीता सी, ठीक है, ओपोजिट लैटर एंड ये भी आपां कर चुके हैं, ओपोजिट लैटर वाला, ठीक है, जिहड़ा कि मैं आ सारा टेबल ते तुहानूं लैफ्ट राइट वाला वो सिखाया। नो पैटर्न जिहड़ा हुण आपां ने एग्जामिनेशन वाला क्वेश्चन कीता है, उहदा कोई पैटर्न तो है नहीं, ठीक है, ਉਹਦਾ ਕੋਈ ਪੈਟਰਨ ਤਾਂ ਹੈ ਨਹੀਂਗਾ, ਆਪਾਂ ਨੇ ਡਾਇਰੈਕਟ ਐਲਫਾਬੈਟਸ ਦੇ ਕੋਡਸ ਐਗਜ਼ਾਮੀਨੇਸ਼ਨ ਵਰਡ ਚੋਂ ਦੇਖੇ ਤੇ ਉੱਥੇ ਲਿਖ ਦਿੱਤੇ। ਕਲੀਅਰ ਹੈ? ਨੈਕਸਟ ਆ ਜੋ 2 ਆਪਣੇ ਰਹਿ ਗਏ ਆ, ਲੈਟਰ ਕਾਊਂਟ ਐਂਡ ਕੌਨਸੋਨੈਂਟ ਤੇ ਵੋਵਲਸ। ਹੁਣ ਆਪਾਂ ਉਹ ਕਰਦੇ ਹਾਂ, ਚਲੋ ਜੀ। ਇਨ ਅ ਸਰਟਨ ਕੋਡ ਲੈਂਗੁਏਜ, ਕਿਸੇ ਕੋਡ ਲੈਂਗੁਏਜ ਦੇ ਵਿੱਚ जो बॉम्बे है उसका कोड की गिवन है, बॉम्बे का कोड आपां नूं दिता होया जी NPC ZBC, ठीक है। हुण अगर आपां देखिए B ते M का कोई रिलेशन नहीं बन रहा, ना एडिशन हो रही है ना सबट्रैक्शन हो रही है, OP का बन सकता है, फिर लेकिन M ते C का भी नहीं बन रहा, फिर BZ का भी नहीं बन रहा। हुण आपां किवें क्वेश्चन नूं अप्रोच करना हुंदा है, एडिशन नहीं हो रही, सबट्रैक्शन नहीं हो रही, साइमल्टेनियसली एडिशन सबट्रैक्शन नहीं हो रही, इंटरचेंज नहीं हो रहा, ठीक है, रिवर्स नहीं हो रहा जी, ठीक है। हुण आपां की देखांगे, रिलेशन फाइंड आउट करांगे। अगर तुसीं नवे ही हो इन्हां दीयां प्लेस वैल्यूज लिख लो, 2 15 13 2 1 ते 24 सॉरी 25, ठीक है, 14 16 3 26 2 एंड 3। कुछ समझ ना आए, कुछ भी समझ ना आए तो आप की करांगे, प्लेस वैल्यूज लिख लांगे। प्लेस वैल्यूज लिखन तो बाद तुहानू कुछ ना कुछ ज़रूर समझ आएगा, ठीक है। प्लेस वैल्यूज लिखन तो बाद तुहानू कुछ ना कुछ ज़रूर समझ आएगा। क्लीयर है? हुण देखो BOMBAY अपन कुछ समझ नहीं आ रहा सी, तो आप की कीता स्टूडेंट्स, आप प्लेस वैल्यू लिख ली है। तुसी भी लिखो नोटबुक ते, कदे भी कोडिंग के क्वेश्चंस जो भी हले नए हैं उन्होंने ओरली नहीं करने हैं, ठीक है। हुण मैं दसूँगी कि किमें इसका कोड आप बना सकांगे, ठीक है। दिख रहा है 13 तो 13 तो 14 आ सकता है, 15 तो 16 आ सकता है, 2 तो 3 आ सकता है,
ਐਵੇਂ ਹੀ y ਤੋਂ +1 होके z, a ਤੋਂ +1 होके b ਤੋਂ +1 होके c। समझ आया? ਇਹਨਾਂ ਨੇ ਕੀ ਕੀਤਾ, ਇਹਨਾਂ ਨੇ 3 वर्ड्स ਚੱਕ ਲਏ ਤੇ ਉਹਨਾਂ ਦੇ ਵਿੱਚ ++1 ਕਰਤਾ। n ਤੋਂ o ਆਏਗਾ, a ਤੋਂ b ਆਊਗਾ, c ਤੋਂ d ਆਊਗਾ। ਠੀਕ ਹੈ, a ਤੋਂ b ਆਊਗਾ, d ਤੋਂ e ਆਊਗਾ, a ਤੋਂ b ਆ ਜਾਊਗਾ। ਕਲੀਅਰ ਹੈ? ਤਾਂ ਆਪਣਾ ਕੀ ਬਣ ਗਿਆ, OBD ਐਂਡ BEB। ਠੀਕ ਹੈ, ਕਲੀਅਰ ਹੈ? ਇਹਨਾਂ ਨੇ ਕੀ ਕੀਤਾ ਸਟੂਡੈਂਟਸ, 3 वर्ड्स 3 ਲੈਟਰਸ ਨੂੰ ਚੱਕ ਕੇ ਉਹਨਾਂ 'ਚ +1 ਕਰਤਾ ਰਿਵਰਸ ਫੋਰਮ ਦੇ ਵਿੱਚ। ठीक है, चलिए अगे। नेक्स्ट क्वेश्चन देखो, इन अ सर्टन कोड लैंग्वेज अमेरिका इज रिटन एज FNBSBDJ। ठीक है, then the code of पटियाला। हुण तुहानू लिखते लिखते ही कुछ समझ आ गया होगा, लिखते लिखते ही कुछ समझ आ गया होगा कि MN प्लस हो सकता है, RS प्लस हो सकता है, CD प्लस हो सकता है। बचिया की अपने कोल A E I ते A, आही बचिया ना। M तो N बन गया, R तो S बन गया। ठीक है, A तो J बन गया, A E I A बच गया। A E I A की है, यह की ने, यह की है बच्चे, यह है अपने वोवल्स। मतलब कॉन्सोनेंट्स जिहड़े हैगे हैं M R, ठीक है, A C इन्हां च +1 होया। आप पटियाला च भी पहले एवें ही कर लिए, पटियाला च पहले आप एवें ही देख लिए। उस तो बाद आप देखते हैं कि वोवल्स का की करना है। P तो Q बन गया, T तो U बन गया, वोवल वोवल वोवल। L तो की बन जूगा, M बन जूगा। A दा F बनिया, इत्थे A दा J बनिया। ठीक है, फिर आपां कुछ देखना पैना है भी ये की कीता है। A तो F किमें बनेगा, A तो F किमें बनेगा, +5 करके। ठीक है, E तो B किमें बनेगा, ये 5 ते है। ठीक है, ये 2 ते है, फिर -3 कितना है, मतलब I तो B किमें बनया, I तो B किमें बनया, ये 9 ते है जी, ये 2 ते है। कितना माइनस किता, माइनस कितना किता, 7। ठीक है, फिर ए तो जे नहीं, ये लॉजिक नहीं बन रहा, नहीं लॉजिक बन रहा, नहीं बनया ना लॉजिक, कुछ होर देखना पैना है। की देख सकते हैं, सोचो होर की देख सकते हैं। ये तो लॉजिक नहीं बनया। अगर आप वोवल्स ते कॉन्सोनेंट्स का देखते, तो अपना लॉजिक भी कुछ होर बनना चाहिए सी। ठीक है, मतलब सेम एडिशन सबट्रैक्शन होनी चाहिए सी, लेकिन वो नहीं हुई। तो अमेरिका लिए आपां कुछ होर देखना पैना है। ठीक है, तो अमेरिका लिए आपां कुछ होर देखना पैना है। तो आप की देख सकते हैं, देखो जी, E तो F आ गया, M तो N आ गया, A तो B आ गया। 3 लैटरस चक्के, आप भी इत्थे 3 लैटरस चक्कीए। T तो U आ गया, A तो B आ गया, P तो अपना Q आ गया, R तो S, I तो J। ठीक है, फिर A तो B, C तो D, I तो J, A तो B, L तो M, A तो B। ठीक है, इन्होंने की किया स्टूडेंट्स, 7 एल्फाबेट सीगे, उन्होंने स्प्लिट कर लिया। उन्होंने स्प्लिट किमें किया, पहला 3 दे विच। ठीक है, फिर एक कला, फिर अगले 3 दे विच। ठीक है, उन्होंने इंटरचेंज किया तो उन्होंने विच एडिशन करती, उन्होंने इंटरचेंज करके उन्होंने विच की किया, एडिशन करती।
समझ आया? देखो आप बहुत ही स्लो क्लास लगाने आ ताकि हर बच्चे नूं समझ आवे। कोई भी दिक्कत आ रही है तुसी मैनू मैसेज कर सकते हो, कमेंट करके दस सकते हो। ठीक है, हुण तुसी अपना होमवर्क ले लो जी। एक लास्ट क्वेश्चन बचे है। इन अ सर्टन कोड लैंग्वेज श्री इज रिटन एज RJQFF दैन द कोड ऑफ फितुल विल बी। ठीक है, ये थोड़ा की रहेगा, होमवर्क रहेगा। होमवर्क मैं तां दिन्नी आ ताकि थोड़े ब्रेन की एक्सरसाइज हो जाए। ठीक है, थोड़े ब्रेन की की हो जाए, एक्सरसाइज हो जाए। जिन्नी ज़्यादा एक्सरसाइज होएगी ब्रेन की रीजनिंग उन्नी ज़्यादा कर पाओगे। उस तो बाद नेक्स्ट क्वेश्चन, in a certain code language creative is written as, then the code of triangle will be. In the certain code language cloud is written as, then the code of site will be. ठीक है, बहुत ईजी हो जाऊगा थोड़े लिए क्योंकि ऑप्शंस भी थानू दिते हुए ने। ठीक है, 3 क्वेश्चन हो गए, 2 क्वेश्चन होर ले लो जी। इन अ सर्टन कोड लैंग्वेज मंकी इज रिटन एज, then the code of tiger will be. In a certain code language breakthrough is written as, then the code of distribution will be. 5 क्वेश्चन हो गए। ये 5 क्वेश्चनस नू जो मैंने 10 तुहानू रूल्स करवाए ने, ठीक है, उन्हां दे थ्रू तुसी करने हैं। ठीक है, उन्हां दे थ्रू आपां ने की करने हैं, सारे क्वेश्चनस नू करने हैं। फिर अपनी फर्स्ट टाइप जिहड़ी की हैगी है कोडिंग डिकोडिंग दी, जो कि मैं शुरू दे विच तुहानू टाइप्स दसियां सी, वो कवर हो जाएगी। ठीक है, प्रैक्टिस आप क्लासिस दे विच बहुत ज़्यादा करवावांगे, ओदी तुसी टेंशन नहीं लेनी। ठीक है, तो अपनी केड़ी टाइप कवर हो जूगी, एल्फाबैटिकली कोडिंग। इस तो बाहर मैं बार बार कह रही हाँ एग्जाम दे विच कुछ भी नहीं आऊगा। और कोई भी डाउट है तुसी मोहित सर नाल गल कर सकते हो। नंबर मैंने शेयर कर दिता है मोहित सर का 9780848001। ओके स्टूडेंट्स, मिलते हैं आपां नैक्सट क्लास दे विच। ठीक है, जो कि होएगी कल। सारियां क्लासेस टाइम ते लगाओ। ठीक है, ओके स्टूडेंट।